ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਦ। ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਇੱਕ ਅਜਿਹੇ ਮੁੱਦੇ 'ਤੇ ਜੋ ਮੁੱਦਾ ਦੇਸ਼ ਦੇ ਗਰੀਬਾਂ ਨੂੰ ਕਿਵੇਂ ਲੁੱਟਿਆ ਜਾ ਰਿਹਾ ਹੈ ਓਵਰ ਇਨਵਾਇਸਿੰਗ ਕਰਕੇ, ਔਰ ਇਹ ਮੁੱਦਾ ਦਾ ਸਿੱਧਾ ਸੰਬੰਧ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਖਾਸ ਵਿਸ਼ੇਸ਼ ਦੋਸਤ ਸੰਬੰਧੀ ਨਿੱਜੀ ਗੌਤਮ ਅਦਾਨੀ ਨਾਲ ਸੰਬੰਧ ਰੱਖਦਾ ਹੈ। ਅੱਜ ਦਿੱਲੀ ਵਿੱਚ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਨਵੇਂ ਦੋਸ਼ ਅਦਾਨੀ ਉੱਪਰ ਲਾਏ ਹਨ ਅਤੇ ਉਹਨਾਂ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਅਦਾਨੀ ਕਿਵੇਂ ਜੋ ਕੋਲਾ ਇੰਡੋਨੇਸ਼ੀਆ ਤੋਂ ਖਰੀਦ ਕੇ ਭਾਰਤ ਵਿੱਚ ਲਿਆਂਦਾ ਹੈ, ਉਸ ਵਿੱਚ ਉਹ ਕੀ ਕੁਝ ਹੇਰਾ ਫੇਰੀ ਕਰਦਾ। ਇਹ ਦੋਸ਼ ਰਾਹੁਲ ਗਾਂਧੀ ਨੇ ਲਾਇਆ ਕਿ ਇੰਡੋਨੇਸ਼ੀਆ ਤੋਂ ਕੋਲਾ ਖਰੀਦਿਆ ਜਾਂਦਾ ਹੈ ਸਸਤਾ ਅਤੇ ਉਸ ਦੀ ਓਵਰ ਇਨਵਾਇਸਿੰਗ ਕੀਤੀ ਜਾਂਦੀ ਹੈ, ਯਾਨੀ ਉਹਦਾ ਜਿਹੜਾ ਬਿੱਲ ਬਣਾਇਆ ਜਾਂਦਾ ਹੈ ਉਹ ਕੀਮਤ ਤੋਂ ਵਧਾ ਕੇ, ਤੁਸੀਂ ਕਹਿ ਸਕਦੇ ਹੋ ਕਿ ਦੁੱਗਣਾ ਕਰਕੇ ਤਾਂ ਉਹਦਾ ਬਿੱਲ ਬਣਵਾਇਆ ਜਾਂਦਾ। ਇਸ ਪ੍ਰਕਾਰ ਭਾਰਤ ਵਿੱਚ ਕੋਇਲੇ ਦੀ ਜੋ ਐਂਟਰੀ ਹੁੰਦੀ ਹੈ ਉਹ ਬਹੁਤ ਮਹਿੰਗੇ ਭਾਅ 'ਤੇ ਹੁੰਦੀ ਹੈ। ਤਾਂ ਕਿਉਂਕਿ ਕੋਲਾ ਮਹਿੰਗਾ ਆਉਂਦਾ ਹੈ, ਇਸ ਲਈ ਅਦਾਨੀ ਜਿਹੜੇ ਉਹਦੇ ਬਿਜਲੀ ਕਾਰਨ ਕੋਇਲੇ ਨਾਲ ਬਿਜਲੀ ਬਣਾਉਂਦੇ ਹਨ ਜਾਂ ਜਿਹੜਾ ਉਹ ਕੋਲ ਕੰਪਨੀਆਂ ਨੂੰ ਬਿਜਲੀਆਂ ਨੂੰ ਸਪਲਾਈ ਕਰਦਾ, ਉਹਨਾਂ ਦੀ ਵਿੱਚੋਂ ਪੈਦਾ ਕੀਤੀ ਹੋਈ ਬਿਜਲੀ ਦੀ ਕੀਮਤ ਬਹੁਤ ਵੱਧ ਜਾਂਦੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਉਹ ਤਾਂ ਪਹਿਲੇ 20,000 ਕਰੋੜ ਰੁਪਏ ਦਾ ਹਿਸਾਬ ਮੰਗ ਰਿਹਾ ਸੀ ਅਤੇ ਪਾਰਲੀਮੈਂਟ ਵਿੱਚ ਵੀ ਉਸਨੇ ਕਿਹਾ ਕਿ ਇਹ 20,000 ਕਰੋੜ ਰੁਪਈਆ ਜੋ ਹੈ ਇਹ ਕਿਸ ਦਾ ਹੈ, ਅਤੇ ਅਦਾਨੀ ਦੀਆਂ ਜੋ ਵਿਦੇਸ਼ ਵਿੱਚ ਖੋਲ੍ਹੀਆਂ ਹੋਈਆਂ ਕੰਪਨੀਆਂ ਹਨ ਉਹਨਾਂ ਵਿੱਚ ਜੋ ਲੱਗਿਆ ਹੋਇਆ ਪੈਸਾ ਇਹ 20,000 ਇਹ ਕਿਸ ਦਾ ਹੈ। ਤਾਂ ਉਸ ਨੂੰ ਸੰਸਦ ਵਿੱਚੋਂ ਹੀ ਜਿਹੜਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਬਾਅਦ 'ਚ ਉਸ ਦੀ ਤਰੀਕੇ ਨਾਲ ਉਸ ਦੀ ਜੋ ਸੰਸਦ ਦੀ ਮੈਂਬਰਸ਼ਿਪ ਸੀਗੀ ਉਹ ਵੀ ਦੋਸ਼ ਲਾ ਕੇ ਖਾਰਜ ਕਰ ਦਿੱਤੀ ਗਈ। ਹੁਣ ਰਾਹੁਲ ਗਾਂਧੀ ਨੇ ਇਹ ਦੱਸਿਆ ਇਹ 20,000 ਨਹੀਂ ਹੈ, ਇਹ 12,000 ਹੋਰ ਹੈ, ਇਹ ਕੁੱਲ ਮਿਲਾ ਕੇ 32,000 ਬਣ ਗਿਆ ਹੈ, 32,000 ਕਰੋੜ। ਇਹ ਜੋ ਨਵੇਂ ਤੱਥ ਲੱਭੇ ਹਨ ਇਹ ਕਿਸੇ ਭਾਰਤ ਦੇ ਅਖਬਾਰ ਨੇ ਜਾਂ ਭਾਰਤ ਦੇ ਪੱਤਰਕਾਰ ਨੇ ਜਾਂ ਭਾਰਤ ਦੇ ਮੀਡੀਆ ਦੇ ਯਾਨੀ ਨਾ ਚੈਨਲਾਂ ਵਾਲਿਆਂ ਨੇ ਅਤੇ ਨਾ ਹੀ ਪ੍ਰਿੰਟਡ ਮੀਡੀਆ ਅਖਬਾਰਾਂ ਵਾਲਿਆਂ ਨੇ ਲੱਭੇ ਹਨ। ਇਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਅਖਬਾਰ, ਫਾਈਨੈਂਸ਼ੀਅਲ ਅਖਬਾਰ, ਜਿਹਦੇ ਵਿੱਚ ਕਿ ਫਾਈਨਾਂਸ ਨਾਲ ਸੰਬੰਧਿਤ ਖਬਰਾਂ ਛਪਦੀਆਂ ਹਨ, ਟਰੇਡ ਸੰਬੰਧੀ ਛਪਦੀਆਂ ਹਨ। ਉਹ ਦੁਨੀਆ ਦੇ 3 ਅਖਬਾਰਾਂ ਵਿੱਚੋਂ ਇੱਕ ਹੈ ਫਾਈਨੈਂਸ਼ੀਅਲ ਟਾਈਮਜ਼ ਆਫ ਲੰਡਨ। ਸੋ ਉਸ ਨੇ ਇਹ ਜੋ ਸਕੈਂਡਲ ਹੈ ਇਸ ਨੂੰ ਨੰਗਾ ਕੀਤਾ ਹੈ। ਤਾਂ ਉਸ ਨੇ ਇਹ ਦੱਸਿਆ ਹੈ ਕਿ ਕਿਵੇਂ ਅਦਾਨੀ ਦੀਆਂ ਕੰਪਨੀਆਂ ਸਸਤੇ ਭਾਅ 'ਤੇ ਕੋਇਲਾ ਲੈ ਕੇ ਇੰਡੋਨੇਸ਼ੀਆ ਤੋਂ ਉਹਦੀ ਓਵਰ ਇਨਵਾਇਸ ਕਰਕੇ ਤਾਂ ਦੇਸ਼ ਨੂੰ ਚੂਨਾ ਲਗਾ ਰਹੀਆਂ ਹਨ। ਇਹ ਅਸਲੀ ਚੂਨਾ ਜੋ ਲੱਗ ਰਿਹਾ ਹੈ, ਇਹ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਇਹ ਚੂਨਾ ਉਹਨਾਂ ਗਰੀਬ ਲੋਕਾਂ ਨੂੰ ਲੱਗ ਰਿਹਾ ਹੈ ਦੇਸ਼ ਭਰ ਵਿੱਚ ਜਿਨ੍ਹਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਉਸਨੇ ਤਾਂ ਇਸ ਨੂੰ ਇਹ ਕਿਹਾ ਹੈ ਕਿ ਇਹ ਸਿੱਧੀ ਲੁੱਟ ਹੈ। ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਲੰਡਨ ਦੀ ਜੋ ਰਿਪੋਰਟ ਉਸਨੇ ਮੀਡੀਆ ਦੇ ਸਾਹਮਣੇ ਦਿੱਲੀ ਕੀਤੀ ਪ੍ਰੈਸ ਕਾਨਫਰੰਸ ਵਿੱਚ ਰੱਖੀ, ਉਸ ਦੀ ਜਿਹੜੀ ਸਟੋਰੀ ਹੈ ਉਸ ਦਾ ਹੈਡਿੰਗ ਹੈ ਅਦਾਨੀ ਐਂਡ ਮਿਸਟੀਰੀਅਸ ਕੋਲ ਪ੍ਰਾਈਸਿਸ। ਯਾਨੀ ਉਹਨਾਂ ਨੇ ਇਸ ਵਿੱਚ ਸਟੋਰੀ ਵਿੱਚ, ਜੋ ਕਾਫੀ ਲੰਬੀ ਸਟੋਰੀ ਹੈ, ਬੜੀ ਵਿਸਤਾਰਪੂਰਵਕ ਉਹਨਾਂ ਨੇ ਤੱਥਾਂ 'ਤੇ ਆਧਾਰਿਤ, ਯਾਨੀ ਉਹਨਾਂ ਨੇ ਅਦਾਨੀ ਦੇ ਹੀ ਡਾਕੂਮੈਂਟ ਜਿਹੜੇ ਉਹ ਕਿੱਥੋਂ ਪ੍ਰਾਪਤ ਕਰਕੇ ਕੰਪਨੀਆਂ ਤੋਂ ਜਿੱਥੋਂ ਕੋਇਲਾ ਖਰੀਦਿਆ ਗਿਆ ਅਤੇ ਹੋਰ ਥਾਵਾਂ ਤੋਂ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਆਪਣੇ ਜੋ ਉਹਨਾਂ ਨੇ ਸਟੋਰੀ ਬਣਾਈ ਹੈ ਉਸ ਵਿੱਚ ਉਹਨਾਂ ਡਾਕੂਮੈਂਟਸ ਨੂੰ
ਉਹਨਾਂ ਵਿੱਚ ਦਿੱਤੇ ਹੋਏ ਤੱਥਾਂ ਨੂੰ ਕੋਟ ਕਰਕੇ ਇਹ ਕਿਹਾ ਕਿ ਇਹ ਬੜਾ ਵੱਡਾ ਸਕੈਂਡਲ ਹੈ ਅਤੇ ਇਹ ਜੋ ਸਕੈਂਡਲ ਹੈ ਇਸ ਨਾਲ ਅਦਾਨੀ ਦੀਆਂ ਕੰਪਨੀਆਂ ਉੱਪਰ ਇੱਕ ਨਵੀਂ ਸ਼ੱਕ ਦੀ ਸੂਈ ਖੜ ਗਈ ਹੈ। ਇਸ ਨਾਲ ਅਦਾਨੀ ਦੀਆਂ ਕੰਪਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਦਨਾਮ ਹੋ ਰਹੀਆਂ ਹਨ ਅਤੇ ਭਾਰਤ ਦੀ ਵੀ ਬਦਨਾਮੀ ਹੋ ਰਹੀ ਹੈ। ਸੋ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਇਹ ਜਿਹੜੀ ਅਸੀਂ ਸਬਸਿਡੀ ਦੇ ਰਹੇ ਹਾਂ ਕਰਨਾਟਕਾ ਨੂੰ ਅਤੇ ਅਸੀਂ ਸਸਤੀ ਬਿਜਲੀ ਯਾਨੀ ਸਬਸਿਡੀ ਦੇਣੀ ਹੈ MP ਵਿੱਚ ਦੇਣ ਜਾ ਰਹੇ ਹਾਂ, ਇਸ ਉੱਪਰ ਜੋ ਅਦਾਨੀ ਦੀ ਬਿਜਲੀ ਦੇ ਜਿਹੜੇ ਮਹਿੰਗੇ ਕੋਲੇ ਕਰਕੇ ਇਸ ਦਾ ਜੋ ਭਾਰਤ ਦੇ ਨਾਗਰਿਕਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਉਸ ਦਾ ਉਹਨਾਂ ਨੇ 1200 ਕਰੋੜ ਰੁਪਏ ਦਾ ਜੋ ਵਾਧੂ ਚੂਨਾ ਲੱਗ ਰਿਹਾ ਭਾਰਤ ਦੇ ਨਾਗਰਿਕਾਂ ਨੂੰ, ਉਹ ਉਹਨਾਂ ਨੇ ਕਿਹਾ ਕਿ ਗਰੀਬਾਂ ਦੇ ਜੇਬ ਵਿੱਚੋਂ ਸਿੱਧਾ ਕੱਢਿਆ ਜਾ ਰਿਹਾ। ਰਾਹੁਲ ਗਾਂਧੀ ਨੇ ਬੜੀ ਸਪਸ਼ਟ ਗੱਲ ਕੀਤੀ। ਉਹਨਾਂ ਨੇ ਇਹ ਕਿਹਾ ਕਿ ਮੈਂ ਨਹੀਂ ਕਹਿ ਰਿਹਾ ਇਹ ਗੱਲ, ਮੈਂ ਤਾਂ ਇਹ ਸਿਰਫ ਤੁਹਾਡੇ ਕੋਲ ਪਹੁੰਚਾਉਣ ਦਾ ਇੱਕ ਸਾਧਨ ਹਾਂ। ਇਹ ਤਾਂ ਫਾਈਨੈਂਸ਼ੀਅਲ ਟਾਈਮ ਲੰਡਨ ਨੇ ਜੋ ਆਪਣੀ ਇਸ ਰਿਪੋਰਟ ਵਿੱਚ ਲਿਖਿਆ ਹੈ ਅਦਾਨੀ ਐਂਡ ਮਿਸਟੀਰੀਅਸ ਕੋਲ ਪ੍ਰਾਈਸਿਸ, ਮੈਂ ਤਾਂ ਉਹ ਤੁਹਾਡੇ ਨਾਲ ਸਿਰਫ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕਰ ਰਿਹਾ ਹਾਂ। ये दुनिया का एक सबसे ज़रूरी फाइनेंशियल न्यूज़पेपर है, फाइनेंशियल टाइम्स ऑफ लंदन। इसमें अदानी एंड द मिस्टीरियस कोल प्राइस राइज लंबी कहानी है। पहले हमने 20,000 करोड़ रुपए की बात की थी और सवाल पूछा था ये पैसा किसका है, कहाँ से आया। अब पता लगता है 20,000 करोड़ का फिगर गलत था, उसमें 12,000 करोड़ और ऐड हो गए हैं, तो अब टोटल फिगर 32,000 करोड़ का हो गया है। अदानी जी इंडोनेशिया में कोयला खरीदते हैं और जब तक वो कोयला हिंदुस्तान पहुंचता है उसका रेट बदल जाता है, डबल हो जाता है। ऐसे तकरीबन 12,000 करोड़ रुपए अदानी जी ने हिंदुस्तान की जनता के पॉकेट से निकाला है। तो हिंदुस्तान के नागरिकों को ये समझना है कि ये जो आपका बिजली का बिल बढ़ता जा रहा है, इसमें से 12,000 करोड़ रुपए आपकी जेब में से सीधा अदानी जी ने लिए हैं। और ये सिर्फ मैं नहीं कह रहा हूं, ये दुनिया का एक सबसे जरूरी फाइनेंशियल न्यूज़पेपर फाइनेंशियल टाइम्स लंदन कह रहा है। सवाल यह है कि ये जो सारा कुछ अदानी कर रहा है ਅਤੇ ਅਦਾਨੀ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲੇ ਹਿੰਡਸਨਬਰਗ ਦੀ ਜੋ ਰਿਪੋਰਟ ਆਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਬੜੇ ਖੁਲਾਸੇ ਕੀਤੇ ਸੀ, ਜਿਸ ਵਿੱਚ ਕਿ ਉਹ ਅਦਾਨੀ ਦੀਆਂ ਕੰਪਨੀਆਂ ਵਿਦੇਸ਼ਾਂ ਵਿੱਚ ਚੱਲ ਰਹੀਆਂ ਹਨ ਅਤੇ ਉਹਨਾਂ ਵਿੱਚ ਉਹਨਾਂ ਨੇ ਕਿਵੇਂ ਹੇਰਾਫੇਰੀਆਂ ਕੀਤੀਆਂ। ਉਸ ਰਿਪੋਰਟ ਦਾ ਚਰਚਾ ਵੀ ਹੋਇਆ, ਖੱਪ ਵੀ ਪਈ, ਪਾਰਲੀਮੈਂਟ 'ਚ ਵੀ ਖੱਪ ਪਈ, ਪਰ ਉਸ ਉੱਪਰ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਇੱਥੇ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਗੱਲ ਬੜੀ ਠੀਕ ਕਹੀ ਹੈ ਰਾਹੁਲ ਗਾਂਧੀ ਨੇ ਕਿ ਇਹ ਜੋ ਭਾਰਤ ਦੀਆਂ ਅਖਬਾਰਾਂ ਹਨ ਅਤੇ ਭਾਰਤ ਦੇ ਜੋ ਮਸ਼ਹੂਰ ਚੈਨਲ ਹਨ ਅਤੇ ਜੋ ਗੋਦੀ ਮੀਡੀਆ ਹੈ, ਉਹ ਇਹਨਾਂ ਬਾਰੇ ਕੋਈ ਨਾ ਖਬਰ ਛਾਪਦੇ ਹਨ ਅਤੇ ਨਾ ਹੀ ਪੇਸ਼ ਕਰਦੇ ਹਨ। ਉਹ ਬਿਲਕੁਲ ਚੁੱਪ ਕਿਉਂ ਹਨ? ਸੋ ਉਹਨਾਂ ਦੀ ਚੁੱਪੀ ਜਿਹੜੀ ਹੈ ਉਸ ਨੂੰ ਵੀ ਐਕਸਪੋਜ਼ ਕੀਤਾ ਉਹਨਾਂ ਨੇ, ਭਾਰਤੀ ਮੀਡੀਆ ਦੀ ਵੀ ਉਹਨਾਂ ਨੇ ਪੱਤ ਲਾਈ ਹੈ ਔਰ ਉਹਨਾਂ ਨੇ ਇਹ ਦੱਸਿਆ ਕਿ ED ਵੀ ਚੁੱਪ ਹੈ ਅਤੇ ਸੈਬੀ ਵੀ ਚੁੱਪ ਹੈ। ਸੋ ED ਜਿਹੜੀ ਹੈ ਹਰ ਜਿਹੜੇ ਲੀਡਰ ਹੈ ਉਹਦੇ ਘਰ ਪਹੁੰਚ ਜਾਂਦੀ ਹੈ, ਉਹਦੇ ਕੋਲੋਂ ਕੁਝ ਨਾ ਕੁਝ ਲੱਭ ਕੇ ਅਤੇ ਉਸ ਨੂੰ ਜੇਲ੍ਹ 'ਚ ਸਿੱਟਦੀ ਹੈ। ਜਿਵੇਂ ਕਿ ਮਨੀਸ਼ ਸਿਸੋਦੀਆ ਨੂੰ ਸੁੱਟਿਆ, ਜਿਵੇਂ ਕਿ ਸੰਜੇ ਸਿੰਘ ਨੂੰ ਸੁੱਟਿਆ, ਜਿਵੇਂ ਕਿ ਉਸ ਤੋਂ ਪਹਿਲੇ ਉਹਨਾਂ ਦੇ ਮੰਤਰੀ ਐਜੂਕੇਸ਼ਨ ਮਿਨਿਸਟਰ ਜੈਨ ਨੂੰ ਸੁੱਟਿਆ। ਇਸ ਪ੍ਰਕਾਰ ਹੋਰ ਕਈ ਲੀਡਰਾਂ ਨੂੰ ਹੁਣ ਤੱਕ ਉਹ ਜੇਲ੍ਹਾਂ 'ਚ ਬੰਦ ਕਰ ਚੁੱਕੇ ਹਨ, ਛੋਟੇ ਛੋਟੇ ਤੱਥਾਂ ਦੇ ਆਧਾਰ 'ਤੇ, ਜਿਨ੍ਹਾਂ ਦਾ ਉਹਨਾਂ ਕੋਲ ਕਈ ਵਾਰੀ ਸਬੂਤ ਵੀ ਨਹੀਂ ਹੈਗਾ। ਜਿਵੇਂ ਕਿ ਸਿਸੋਦੀਆ ਦੇ ਕੇਸ ਵਿੱਚ ਹੁਣ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਵੀ ਇਹ ਪੈਸਾ ਕਿੱਥੋਂ ਆਇਆ, ਕਿਹਨੇ ਲਿਆ, ਉਹਦਾ ਕੋਈ ਸਬੂਤ ਤਾਂ ਦਿਓ। ਬਿਨਾਂ ਸਬੂਤ ਦੇ ਹੀ ਤੁਸੀਂ ਸਿਸੋਦੀਆ ਨੂੰ ਜੇਲ੍ਹ ਵਿੱਚ ਬੰਦ ਕਰ ਰੱਖਿਆ ਪਿਛਲੇ 7 ਮਹੀਨੇ ਤੋਂ। ਸੋ ਹੁਣ ਅਖੀਰ 'ਤੇ ਜੋ ਬੜੀ ਗੰਭੀਰ ਦੋਸ਼ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਲਾਇਆ,
ਉਹ ਵੀ ਤੁਸੀਂ ਸੁਣੋਗੇ ਤੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ। ਉਸਨੇ ਬੜੀ ਸਪਸ਼ਟ ਰੂਪ ਵਿੱਚ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਗੌਤਮ ਅਦਾਨੀ ਨੂੰ ਡਿਫੈਂਡ ਕਰਦੇ ਹਨ, ਉਹਨੂੰ ਸ਼ੈਲਟਰ ਕਰਦੇ ਹਨ, ਉਸ ਨੂੰ ਉਹਦੇ ਇਹਨਾਂ ਕੰਮਾਂ ਉੱਪਰ ਉਹ ਪਰਦਾ ਪਾਉਂਦੇ ਹਨ। ਉਹ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਅਦਾਨੀ ਦੇ ਨਾਲ ਖੜੇ ਹਨ। ਇਸ ਲਈ ਕੋਈ ਵੀ ਈਡੀ, ਇਨਕਮ ਟੈਕਸ ਜਾਂ ਹੋਰ ਕੋਈ ਵੀ ਇਨਵੈਸਟੀਗੇਸ਼ਨ ਏਜੰਸੀ, ਜਿਵੇਂ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ, CBI ਹੈ, ਉਹ ਹਿੰਮਤ ਹੀ ਨਹੀਂ ਕਰ ਸਕਦੀਆਂ ਕਿ ਉਹ ਅਦਾਨੀ ਵੱਲ ਵੇਖ ਵੀ ਜਾਣ, ਜਦ ਕਿ ਉਹ ਪ੍ਰਾਈਮ ਮਿਨਿਸਟਰ ਦੇ ਇਸ਼ਾਰੇ 'ਤੇ ਅਤੇ ਹੋਮ ਮਿਨਿਸਟਰ ਦੇ ਇਸ਼ਾਰੇ 'ਤੇ ਭਾਰਤ ਦੇ ਜਿਹੜੇ ਪੋਲੀਟੀਸ਼ੀਅਨ ਜੋ ਉਹਨਾਂ ਦਾ ਵਿਰੋਧ ਕਰਦੇ ਹਨ ਜਾਂ ਜੋ ਪ੍ਰਾਈਮ ਮਿਨਿਸਟਰ ਦੇ ਵਿਰੁੱਧ ਬੋਲਦੇ ਹਨ, ਪਾਰਲੀਮੈਂਟ 'ਚ ਬੋਲਣ ਜਾਂ ਪਾਰਲੀਮੈਂਟ ਤੋਂ ਬਾਹਰ ਬੋਲਣ, ਉਹਨਾਂ ਉੱਪਰ ਈਡੀ ਅਤੇ ਹੋਰ ਜੋ ਭਾਰਤੀ ਏਜੰਸੀਆਂ ਹਨ फटाफट हमला कर दिया हन। सेबी सरकार के से कहती है हमें डॉक्यूमेंट्स नहीं मिल रहे, मगर इन लोगों को डॉक्यूमेंट्स मिल रहे हैं। फाइनेंशियल टाइम्स को सारे डॉक्यूमेंट्स मिल गए और हमारी यहाँ पे सेबी कह रही है हमें डॉक्यूमेंट्स नहीं मिल रहे हैं। तो साफ मामला है, हाईएस्ट लेवल ऑफ गवर्नमेंट से प्रोटेक्शन है, प्राइम मिनिस्टर का प्रोटेक्शन है, 32,000 करोड़ रुपए क्लियरली प्रूवन है। इसमें मतलब ये प्रूफ है, इसमें ये मतलब ऐसे नहीं बोल रहे हैं, सारा डॉक्यूमेंटेशन है इनके पास, मगर कोई एक्शन नहीं। और इस बार तो हिंदुस्तान की जनता की जेब से चोरी किया जा रहा है। बिजली बिल जब आप पंखा चलाते हो, गरीब लोग पंखा चलाते हैं, ट्यूबलाइट चलाते हैं, तो याद रखिए जब आप बटन दबा रहे हो, जैसे ही आप बटन दबाते हो, ये जैसे मैंने अभी ये स्विच दबाया, वैसे अदानी जी के जेब में पैसा जाता है। और करवा कौन रहा है? अदानी जी की रक्षा कौन कर रहा है? हिंदुस्तान का प्रधानमंत्री। सो इस चर्चा करन दा साडा इरादा इस लिए बनिया कि ये जो फाइनेंशियल टाइम ऑफ लंडन ने जो नवा ਸਕੈਂਡਲ ਸਾਰੀ ਦੁਨੀਆ 'ਚ ਸਾਡੇ ਨਾਲ ਸਾਂਝਾ ਕੀਤਾ ਹੈ, ਉਸ ਸਕੈਂਡਲ ਨੂੰ ਭਾਰਤ ਦੀਆਂ ਕਿਉਂਕਿ ਅਖਬਾਰਾਂ ਅਤੇ ਚੈਨਲ ਤੇ ਗੋਦੀ ਮੀਡੀਆ ਉਸ ਨੂੰ ਲੁਕੋ ਰਹੇ ਹਨ, ਉਸ ਬਾਰੇ ਕੋਈ ਗੱਲ ਨਹੀਂ ਕਰਦੇ, ਤਾਂ ਅਸੀਂ ਸੋਚਿਆ ਕਿ ਵੀ ਚਲੋ ਇਹਦੇ ਬਾਰੇ ਆਪਣੇ ਪਾਠਕਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਈਏ ਕਿ ਦੇਸ਼ ਵਿੱਚ ਹੋ ਕੀ ਰਿਹਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਭ ਤੋਂ ਨਿੱਘਾ ਮਿੱਤਰ ਕਿਵੇਂ ਗਰੀਬ ਲੋਕਾਂ ਨੂੰ ਲੁੱਟ ਰਿਹਾ, ਉਹਨਾਂ ਦੇ ਜੇਬਾਂ 'ਚੋਂ ਪੈਸੇ ਕੱਢ ਰਿਹਾ ਅਤੇ ਬਿਜਲੀ ਮਹਿੰਗੀ ਪਿੱਛੇ ਉਸ ਦੀ ਓਵਰ ਇਨਵੈਸਟਿੰਗ, ਯਾਨੀ ਘੱਟ ਰੇਟ 'ਤੇ ਚੀਜ਼ ਖਰੀਦੇ, ਉਹਦੇ ਬਿੱਲ ਮੋਟੇ ਬਣਾ ਦੇ, ਬੜੀ ਜਿਹਨੂੰ ਪੰਜਾਬੀ ਸਿੰਪਲ ਭਾਸ਼ਾ 'ਚ ਕਹਿੰਦੇ ਆ, ਅਤੇ ਉਸ ਦੇ ਫਿਰ ਅੱਗੇ ਬਿਜਲੀ ਜੋ ਮਹਿੰਗੀ ਹੁੰਦੀ ਹੈ। ਤੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਹੈ ਇਹ ਚਰਚਾ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਤੁਸੀਂ ਇਸ ਨੂੰ ਆਪਣੇ ਮਿੱਤਰਾਂ ਸੰਬੰਧੀਆਂ ਅਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋਗੇ। ਸਾਡੀ ਵੀ ਗੁਜ਼ਾਰਿਸ਼ ਹੈ ਕਿ ਇਸ ਨੂੰ ਵੱਧ ਤੋਂ ਵੱਧ ਤੁਸੀਂ ਲੋਕਾਂ ਨਾਲ ਸ਼ੇਅਰ ਕਰੋ ਅਤੇ ਆਜ਼ਾਦ ਪੱਤਰਕਾਰੀ ਦਾ ਤੁਸੀਂ ਇਹ ਜੋ ਵਧੀਆ ਵੰਨਗੀ ਹੈ ਇਸ ਦੀ ਹੌਸਲਾ ਅਫਜ਼ਾਈ ਕਰੋ। ਔਰ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ, ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਅਫਜ਼ਾਈ ਕਰੋ। ਇਸ ਨੂੰ ਇੱਥੇ ਸਮਾਪਤ ਕਰਦੇ ਹਾਂ। ਸਤਿ ਸ੍ਰੀ ਅਕਾਲ।